ਸਤਿ ਸ਼੍ਰੀ ਅਕਾਲ ਜੀ ਦੋਸਤੋ। ਅਸੀਂ ਪੰਜਾਬੀਆਂ ਤੇ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ, ਕਿਉਂਕਿ ਇੱਕ ਕਵੀ ਨੇ ਕਿਹਾ ਕਿ ਜਿੱਥੇ ਗਏ ਪੰਜਾਬੀਓ ਤੁਸੀਂ ਲਿਆ ਪੰਜਾਬ ਵਸਾ। ਜਿੱਥੇ ਗਏ ਪੰਜਾਬੀਓ ਤੁਸੀਂ ਲਿਆ ਪੰਜਾਬ ਵਸਾ। ਬਿਲਕੁਲ ਜਿੱਥੇ ਵੀ ਪੰਜਾਬੀ ਗਏ ਆ ਉੱਥੇ ਪੰਜਾਬ ਵਸਾ ਲਿਆ। ਪੰਜਾਬ ਦੀ ਗੱਲ ਹੁੰਦੀ ਆ, ਪੰਜਾਬੀਅਤ ਦੀ ਗੱਲ ਹੁੰਦੀ ਆ। ਪੰਜਾਬੀ ਸਾਹਿਤ ਜਿਸ ਦੀ ਸਿਰਜਣਾ ਪੰਜਾਬ ਭਾਰਤ ਤੋਂ ਸ਼ੁਰੂ ਹੋਈ, ਅੱਜ ਦੁਨੀਆ ਭਰ ਦੇ ਵਿੱਚ ਸਿਰਜਣਾ ਵੀ ਹੁੰਦੀ ਆ ਅਤੇ ਪੰਜਾਬੀ ਮਾਂ ਬੋਲੀ ਦੀ ਗੱਲ ਵੀ ਹੁੰਦੀ ਆ। ਅਤੇ ਵੱਖ-ਵੱਖ ਦੇਸ਼ਾਂ ਦੇ ਸਕੂਲਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਐਜ ਏ ਦੂਜੀ ਭਾਸ਼ਾ ਵੀ ਆਪਣਾ ਮਾਣ ਹਾਸਿਲ ਹੈ। ਸੋ ਇਸ ਕਰਕੇ ਅਸੀਂ ਬੜਾ ਪ੍ਰਾਊਡ ਫੀਲ ਕਰਦੇ ਹਾਂ, ਮਾਣ ਮਹਿਸੂਸ ਕਰਦੇ ਹਾਂ ਕਿ ਸਾਡੀ ਬੋਲੀ ਨੂੰ ਇਹ ਮਾਣ ਪ੍ਰਾਪਤ ਹੈ। ਦੂਜੀ ਵੱਡੀ ਗੱਲ ਕਿ ਜਿੱਥੇ ਪੰਜਾਬੀ ਸਾਹਿਤ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਸਾਡੇ ਸਤਿਕਾਰਯੋਗ ਲੇਖਕਾਂ ਨੇ, ਕਵੀਆਂ ਨੇ, ਸਾਹਿਤਕਾਰਾਂ ਨੇ ਰਚਿਆ, ਉੱਥੇ ਇਸ ਦੇ ਨਾਲ ਜਿੱਥੇ ਦੁਨੀਆ ਦੇ ਵਿੱਚ ਪੰਜਾਬੀ ਗਏ ਉੱਥੇ ਵੀ ਪੰਜਾਬੀ ਸਾਹਿਤ ਦੀ ਰਚਨਾ ਹੋਈ ਅਤੇ ਬਹੁਤ ਵਧੀਆ ਸਾਹਿਤ ਲਿਖਿਆ। ਅਤੇ ਵੱਡੀ ਗੱਲ ਕਿ ਥਾਂ 'ਤੇ ਪੰਜਾਬੀ ਸਮਾਗਮ ਹੁੰਦੇ ਆ, ਸਕੂਲਾਂ ਦੇ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਆ। ਇਹ ਵੀ ਸਾਡੇ ਲਈ ਮਾਣ ਦੀ ਗੱਲ ਹੈ। ਸੋ ਮੈਂ ਗੱਲ ਕਰਾਂਗਾ ਕਿ ਅੱਜ ਦੇ ਸਮਾਗਮ ਦੀ। ਅੱਜ ਫਰਿਜ਼ਨੋ ਦੇ ਵਿੱਚ ਜੋ ਸਮਾਗਮ ਹੁਣ ਹੋਣ ਜਾ ਰਿਹਾ, ਜਿਸ ਦੇ ਵਿੱਚ ਤੁਹਾਨੂੰ ਅਸੀਂ ਲੈ ਕੇ ਚੱਲਾਂਗੇ, ਇਹ ਅੱਜ ਸਮਾਗਮ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੈ, ਜਿਸ ਦੇ ਵਿੱਚ ਸਾਡੇ ਸਥਾਨਕ ਲੇਖਕ ਸਾਧੂ ਸਿੰਘ ਸੰਘਾ, ਜੋ ਇੱਕ ਕਵੀ ਵੀ ਨੇ, ਚਿੰਤਕ ਵੀ ਨੇ, ਸਾਹਿਤ ਦੀ ਗੱਲ ਵੀ ਕਰਦੇ ਆ। ਉਹਨਾਂ ਦਾ ਨਾਵਲ ਤਿਲਕ ਦੀ ਹਵੇਲੀ ਬਹੁਤ ਵਧੀਆ ਨਾਵਲ ਆ, ਤੁਹਾਡੇ ਰੂਬਰੂ ਕੀਤਾ ਜਾਵੇਗਾ। ਇਸੇ ਤਰ੍ਹਾਂ ਦੂਜੀ ਕਾਵਿ ਪੁਸਤਕ, ਕਾਵਿ ਸੰਗ੍ਰਹਿ ਸਾਡੇ ਅਜੀਜ਼ ਦੋਸਤ ਰਣਜੀਤ ਗਿੱਲ, ਜਿਹਨੂੰ ਅਸੀਂ ਪਿਆਰ ਨਾਲ ਜੱਗਾ ਸੁਧਾਰ ਵੀ ਕਹਿ ਦਿੰਦੇ ਹਾਂ, ਜੋ ਸੁਧਾਰ ਕਾਲਜ ਦਾ ਇੱਕ ਚੰਗਾ ਸਟੂਡੈਂਟ ਹੈ, ਉਸ ਦੀ ਇਹ ਕਾਵਿ ਸੰਗ੍ਰਹਿ ਉਡਾਰੀਆਂ ਵੀ ਰਿਲੀਜ਼ ਕੀਤਾ ਜਾਵੇਗਾ। ਸੋ ਇਹ ਦੋਨੋਂ ਪੁਸਤਕਾਂ ਅੱਜ ਲੋਕ ਅਰਪਣ ਕੀਤੀਆਂ ਜਾਣਗੀਆਂ। ਇਸ ਸਮਾਗਮ ਦੀ ਤੁਹਾਨੂੰ ਪੂਰੀ ਰਿਪੋਰਟ ਲਾਈਵ ਦਿਖਾਈ ਜਾਵੇਗੀ। ਤੁਸੀਂ ਸਾਡੇ ਨਾਲ, ਜਾਣੀ ਮੇਰੇ ਨਾਲ, ਮੈਂ ਤੁਹਾਡਾ ਆਪਣਾ ਸਾਥੀ ਅਜੀਜ਼ ਦੋਸਤ ਕੁਲਵੰਤ ਵੀ ਢਾਲੀਆਂ, ਅਤੇ ਮੇਰਾ ਸਾਥੀ ਨੀਟਾ ਮਾਸ਼ੀਕੇ, ਅਤੇ ਨਾਲ ਸਾਡਾ ਸਾਥੀ ਜਗਦੇਵ ਸਿੰਘ ਜੀ ਪੰਡਾਲ ਸੈਕਰਾਮੈਂਟੋ ਤੋਂ ਜੁੜਿਆ। ਅਤੇ ਤੁਹਾਨੂੰ ਲੈ ਚੱਲਦੇ ਹੁਣ ਚੱਲਦੇ ਸਮਾਗਮ ਦੇ ਵਿੱਚ, ਅਤੇ ਤੁਸੀਂ ਦੇਖੋ ਕਿ ਇਸ ਸਮਾਗਮ ਦੇ ਵਿੱਚ ਕਿੰਨੇ ਵਧੀਆ ਸਾਹਿਤਕਾਰ ਆਏ ਨੇ ਅਤੇ ਕੀ ਸਾਹਿਤ ਦੀ ਗੱਲ ਹੁੰਦੀ ਹੈ। ਅਤੇ ਤੁਹਾਨੂੰ ਇਹ ਪੁਸਤਕ ਜਾਂ ਸਮਾਗਮ ਕਿਹੋ ਜਿਹਾ ਲੱਗਿਆ, ਜ਼ਰੂਰ ਤੁਹਾਡੇ ਸੁਝਾਅ ਸਾਨੂੰ ਦਿਓ, ਤਾਂ ਕਿ ਅਸੀਂ ਆਪਣੀ ਮਾਂ ਬੋਲੀ, ਆਪਣੇ ਜੋ ਤੁਹਾਡੇ ਤੱਕ ਲਾਈਵ ਲੈ ਕੇ ਆਉਣਾ, ਇਸ ਨੂੰ ਜਾਂ ਆਪਣੇ ਸੱਭਿਆਚਾਰ ਨੂੰ ਦੁਨੀਆ ਭਰ ਦੇ ਕੋਨੇ ਵਿੱਚ ਇਸ ਤਰ੍ਹਾਂ ਪਹੁੰਚਾ ਸਕੀਏ ਅਤੇ ਆਪਣੇ ਆਪ 'ਤੇ ਮਾਣ ਮਹਿਸੂਸ ਕਰੀਏ ਕਿ ਅਸੀਂ ਪੰਜਾਬੀ ਸਾਡੀ ਮਾਂ ਬੋਲੀ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਤੱਕ ਪ੍ਰੋਗਰਾਮ ਦੇ ਵਿੱਚ ਚੱਲ ਕੇ ਪਹੁੰਚੇ ਆ ਤੇ ਮੈਂ ਕਹਿੰਦਾ ਵੀ ਥੋੜਾ ਜਿਹਾ ਬਿਹੇਵ ਆਪਾਂ ਜ਼ਰੂਰ ਕਰੀਏ, ਕਿਉਂਕਿ ਆਪਾਂ ਡਾਕਟਰ ਪ੍ਰਿਥੀਪਾਲ ਸਿੰਘ ਸੋਹੀ ਤੇ ਸਾਡੇ ਸਤਿਕਾਰਯੋਗ ਪ੍ਰੋਫੈਸਰ ਦਵਿੰਦਰ ਕੌਰ ਸੋਹੀ, ਉਹਨਾਂ ਨੂੰ ਆਪਾਂ ਸਨਮਾਨਿਤ ਕਰਨਾ ਹੈਗਾ। ਸੋ ਚਰਨਜੀਤ ਬਾਠ ਤੇ ਬਾਈ ਰਣਜੀਤ ਗਿੱਲ, ਸਾਧੂ ਸਿੰਘ ਸੰਘਾ, ਸਮੂਹ ਸਾਡੇ ਮੈਂਬਰ ਸਾਹਿਬਾਨ, ਇੰਡੋ US ਅੱਜ ਮੇਰਾ ਆਉਣਾ ਸੀ ਮਹਾ, ਦੋਵੇਂ ਨਾ ਸ਼ਾਮਿਲ ਜੱਟਾ ਇੱਕ ਜੋਤ ਹੋ ਗਈਆਂ। ਹੀਰ ਵਿਆਹਣੀ ਇੱਕੋ ਗੱਲ ਸੀ ਵਿੱਚ ਖਿਆਲਾਂ ਦੇ, ਨੌਕਰ ਬਣਿਆ ਵਾਕ ਚਰਾਈ ਵਿੱਚ ਸਿਆਲਾਂ ਦੇ, ਵੱਟ ਖਾਂਦੇ 12 ਸਾਲ ਗੁਜ਼ਾਰੇ ਰਾਂਝੇ ਨੂੰ, ਚੇਤੇ ਆ ਗਏ ਅੱਜ ਫਿਰ ਤੱਕ ਗੁਜ਼ਾਰੇ ਰਾਂਝੇ ਨੂੰ, ਚੇਤੇ ਆ ਗਏ ਅੱਜ ਫਿਰ ਤੱਕ ਗੁਜ਼ਾਰੇ ਰਾਂਝੇ ਨੂੰ। ਯਾਦ ਵਤਨ ਦੀ ਆਉਂਦੀ ਹੋਵੇਗੀ, ਚਿੱਠੀ ਚੀਰੇ ਨਾਲ ਅੱਖਾਂ ਦੀ, ਭੁੱਖ ਨਾ ਮਰਦੀ ਵੇ, ਚਿੱਠੀ ਚੀਰੇ ਨਾਲ ਅੱਖਾਂ ਦੀ, ਭੁੱਖ ਨਾ ਮਰਦੀ ਵੇ, ਰੋਜ਼ ਵਿਚਾਰੀ ਬੇਬੇ ਆ ਬੂਹੇ ਨਾਲ ਖੜਦੀ ਵੇ, ਪੁੱਤਰ ਨੂੰ ਮਰ ਜਾਣਾ, ਪੁੱਤਰ ਨੂੰ ਮਰ ਜਾਣਾ ਬੁਲਾਉਂਦੀ ਹੋਵੇਗੀ, ਸੁਪਨੇ ਵਿੱਚ ਜਦ ਮਾਂ ਕੋਈ ਚੇਤੇ ਆਉਂਦੀ ਹੋਵੇਗੀ, ਤੈਨੂੰ ਵੀ ਕਦੇ ਯਾਦ ਵਤਨ ਦੀ ਆਉਂਦੀ ਹੋਵੇਗੀ। ਦੁਨੀਆ ਦੀ ਹਰ ਸ਼ੈ ਤੇਰਾ ਮਨ ਦੱਸੋ
ਲਟਕਾ ਇਨਸਾਨ ਨੂੰ ਸੂਲੀ ਤੇ ਰੱਬ ਦਾ ਨਾਮ ਦਿੰਦੇ ਹੋ। ਰੰਗ ਲਾਲ ਸ਼ਹੀਦਾਂ ਦਾ ਕਦੇ ਵੀ ਭਗਵਾ ਨਹੀਂ ਹੋਣਾ। ਰੰਗ ਲਾਲ ਸ਼ਹੀਦਾਂ ਦਾ ਕਦੇ ਵੀ ਭਗਵਾ ਨਹੀਂ ਹੋਣਾ। ਖੁਦ ਮਰਵਾ ਕੇ ਵੀਰਾਂ ਨੂੰ ਤੇ ਫਿਰ ਸਲਾਮ ਦਿੰਦੇ ਹੋ। ਤਵਾਇਫ ਹੈ ਚੰਗੀ ਕੈਨੇਡਾ ਗਿਆ ਸੀ ਔਰ ਮੈਨੂੰ ਯਾਦ ਹੈ ਇਹਨਾਂ ਦੇ ਪੇਪਰ, ਕਿਉਂਕਿ ਉਹਦੇ ਵਿੱਚ ਬੜੇ ਤੱਕ ਨਾਲ ਇਹਨਾਂ ਨੇ ਗੱਲਬਾਤ ਕੀਤੀ ਸੀ, ਜੀਐਸਟੀ ਵਿਸ਼ੇ ਤੇ ਕੀਤੀ ਸੀ। ਸੋ ਇੱਥੋਂ ਪਤਾ ਲੱਗ ਜਾਂਦਾ ਹੈ ਕਿ ਕਿਸ ਬੰਦੇ ਦਾ ਕਿਸ ਤਰ੍ਹਾਂ ਦਾ ਅਧਿਐਨ ਹੈ, ਉਹਦੀ ਦ੍ਰਿਸ਼ਟੀ ਕਿਸ ਤਰ੍ਹਾਂ ਦੀ ਹੈ। ਸੋ ਇਹਨਾਂ ਨੂੰ ਮੈਂ ਆਪਣੇ ਕੋਲੋਂ ਬਹੁਤ ਬਹੁਤ ਜੀ ਆਇਆਂ ਆਖਦਾ ਕਿ ਇਹਨਾਂ ਦੇ ਵਿਚਾਰ ਹੈ ਜਿਹੜੇ ਸੁਣ ਕੇ ਸਾਨੂੰ ਉਹਨਾਂ ਨੇ ਅਮੀਰ ਕੀਤਾ। ਤੇ ਦੂਸਰਾ ਇੱਕ ਹੋਰ ਨਾ ਬੜੀ ਗੱਲਾਂ ਪਰ ਜਿਹੜੀਆਂ ਕਿਤਾਬਾਂ ਸੋ ਬੜਾ ਦਿਲ ਕਰਦਾ, ਇਹ ਸਾਡੇ ਲਈ ਵੀ ਚੈਲੰਜ ਹੈ ਕਿਉਂਕਿ ਸਾਨੂੰ ਵੀ ਇੰਨੀ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਇੱਥੇ ਆ ਕੇ ਬਿਲਕੁਲ ਜਿਹੜਾ ਪੜ੍ਹਨ ਦਾ ਜਿਹੜਾ ਆਪਣਾ ਸੁਭਾਅ ਹੈ ਤੇ ਬੜੀ ਜ਼ਿੰਦਗੀ ਦੇ ਵਿੱਚ ਤੇਜ਼ੀ ਆਪਾਂ ਲੈ ਆਂਦੀ ਹੈ ਇੱਥੇ ਆ ਕੇ, ਤੇ ਉਹ ਜ਼ਿੰਦਗੀ ਦੇ ਵਿੱਚ ਠਹਿਰਾਅ ਹੋਣਾ ਤੇ ਉਹ ਕਿਤਾਬਾਂ ਨੂੰ ਪੜ੍ਹ ਕੇ ਜਾ ਸਕਦਾ। ਸੋ ਬੜੇ ਆਪਾਂ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ। ਸੋ ਅੰਕਲ ਜੀ ਦੀ ਕਿਤਾਬ ਮੇਰੇ ਕੋਲੇ ਪਹੁੰਚੀ ਹੈ, ਪੜ੍ਹਨ ਦਾ ਮੌਕਾ ਨਹੀਂ ਮਿਲਿਆ, ਵੀ ਥੋੜੀ ਸ਼ੁਰੂ ਕੀਤੀ ਹੈ ਕਿਤਾਬ ਤਿੜਕ ਦੀ ਹਵੇਲੀ। ਸੋ ਜਿਵੇਂ ਤਿੜਕ ਦੀ ਹਵੇਲੀ ਸਾਥੀਆਂ ਨਾਲ ਕੇ ਪਾਇਆ ਹੈ। ਰਣਜੀਤ ਗਿੱਲ ਬੜਾ ਹੋਣਹਾਰ ਨੌਜਵਾਨ ਆ। ਅਸੀਂ ਆਸ ਰੱਖਾਂਗੇ ਕਿ ਦੋ ਹੀ ਸਾਥੀ ਅਤੇ ਪੰਨੂ ਸਾਹਿਬ, ਮੈਂ ਦੂਜੇ ਪੜ੍ਹੇ ਲਿਖੇ ਲੋਕਾਂ ਨੂੰ ਬੇਨਤੀ ਕਰਨੀ ਆ, ਘੱਟੋ ਘੱਟ ਇਹਨਾਂ ਦੀ ਰਿਸਰਚ ਕਰ ਲਓ। ਤੁਸੀਂ ਵੀ ਲਿਖੋ, ਜੇ ਨਹੀਂ ਲਿਖ ਸਕਦੇ ਪੜ੍ਹੋ। ਇੱਥੇ ਗੱਲ ਕੀਤੀ ਆ ਨੀਟਾ ਸਾਹਿਬ ਨੇ, ਮੈਂ ਉਹਦੇ 1 ਮਿੰਟ ਲੈਣਾ ਤੁਹਾਡਾ। ਕਰਮਨ ਜਿਹੜੀ ਲਾਇਬ੍ਰੇਰੀ ਆ ਉਹਦੇ ਵਿੱਚ ਜਗਜੀਤ ਸਿੰਘ ਥਿੰਨ ਨੇ ਲੋਕਾਂ ਤੋਂ ਪੈਸੇ ਮੰਗ ਕੇ ਆਪਣੀ ਜੇਬ ਤੋਂ ਖਰਚ ਕਰਕੇ ਇੱਕ ਇਹੋ ਜਿਹੀ ਲਾਇਬ੍ਰੇਰੀ ਬਣਾਈ ਆ ਜਿਹੜੀ ਅਮਰੀਕਾ 'ਚ ਘੱਟੋ ਘੱਟ ਮਿਸਾਲ ਆ। ਖਾਸ ਤੌਰ ਤੇ ਪੰਜਾਬੀ ਦੀਆਂ ਉਹ ਦੁਰਲਭ। ਹਵੇਲੀ ਦਾ ਮਾਹੌਲ ਇਹੋ ਜਿਹਾ ਗਰਦਾ ਉੱਡ ਰਿਹਾ, ਫਿਰ ਹਵੇਲੀ ਉਸਰ ਰਹੀ ਆ। ਉਦੋਂ ਕਿਵੇਂ ਲੋਕ ਖੜੇ ਦੇਖ ਰਹੇ ਆ ਵੀ ਹਵੇਲੀ ਦਾ ਕੀ ਬਣ ਗਿਆ, ਕਿਹੜੀ ਪੱਧਰ ਤੋਂ ਕਿੱਥੇ ਪਹੁੰਚ ਗਈ ਆ। ਇਸੇ ਤਰ੍ਹਾਂ ਕਦੇ ਖੁਸ਼ੀ ਵਾਲਾ ਮਾਹੌਲ, ਕਦੇ ਨਿਰਾਸ਼ ਵਾਤਾਵਰਨ, ਕਦੇ ਥੋੜਾ ਜਿਹਾ ਖਾਮੋਸ਼ ਜਿਹਾ ਵਾਤਾਵਰਨ ਇਹਨਾਂ ਨੇ ਇਸ ਨਾਵਲ ਦੇ ਵਿੱਚ ਕ੍ਰੀਏਟ ਕੀਤਾ। ਜਿਹੜੀ ਇਸ ਅਸੀਂ ਕੈਨੇਡਾ ਇਕੱਠੇ ਹੋਣਾ, ਲੁਧਿਆਣੇ ਇਕੱਠੇ ਹੋਣਾ, ਜਦੋਂ ਵੀ ਇਕੱਠੇ ਹੋਣਾ, ਸੈਕਰਾਮੈਂਟੋ ਇਕੱਠੇ ਹੋਣਾ, ਇਹਨਾਂ ਨੇ ਕਹਿਣਾ ਭਾਈ ਕੁਛ ਸੁਣਾ। ਤੇ ਕੁਦਰਤੀ ਲਿਖਦਾ ਰਹਿੰਦਾ ਸੀਗਾ, ਕਾਲਜ ਵੇਲੇ ਤੋਂ ਲਿਖਣ ਲੱਗ ਗਿਆ ਸੀਗਾ। ਕਦੇ ਨਹੀਂ ਸੀ ਸੋਚਿਆ ਕਿ ਇਹਨੂੰ ਇਕੱਠਾ ਕਰਕੇ ਕਦੇ ਕੋਈ ਕਿਤਾਬ ਵੀ ਬਣੂਗੀ। ਤੇ ਫਿਰ ਇਹਨਾਂ ਨੇ 3 ਸਾਲ ਮੇਰੇ ਹੁਜਾ ਮਾਰੀਆਂ ਵੀ ਤੂੰ ਸਾਨੂੰ ਇਹ ਸਾਰਾ ਕੁਝ ਅਸੀਂ ਛੁਪਾਉਣੇ। ਤੇ ਉਹਦੇ ਨਾਲ ਹੀ ਵੱਡਾ ਯੋਗਦਾਨ ਨੀਤੇ ਬਾਈ ਦਾ ਆਵਾਜ਼ ਮੈਂ ਇੰਡੀਆ ਜਾਣ ਲੱਗਿਆ। ਮੈਨੂੰ ਕਹਿੰਦਾ ਜੇ ਇਸ ਵਾਰ ਕਿਤਾਬ ਨਾ ਛਪਾ ਕੇ ਆਇਆ ਤਾਂ ਅਮਰੀਕਾ ਨਾ ਆਈ। ਤੇ ਕਈ ਗੱਲਾਂ ਜੁੜੀਆਂ। ਬਾਕੀ ਲਿਖਣ ਬਾਰੇ ਜਿਹੜਾ ਹੈਗਾ, ਮੇਰੀ ਕੋਈ ਵੀ ਚੀਜ਼ ਮੈਨੂੰ ਨਹੀਂ ਲੱਗਦਾ ਮੇਰੀ ਆਪਣੀ ਆ। ਇਹ ਤਾਂ ਕਮੈਂਟ ਨੇ। ਮੈਂ ਫੇਸਬੁੱਕ ਤੋਂ ਜੁੜਿਆ ਹੋਇਆ, ਫੇਸਬੁੱਕ ਦੇ ਨਾਲ ਬਹੁਤ ਖੁਸ਼ੀਆਂ ਜੁੜੀਆਂ ਹੋਈਆਂ ਨੇ ਜਿਨ੍ਹਾਂ ਦਾ ਨਾਮ ਬਹੁਤ ਜ਼ਿਆਦਾ ਨੇ। ਉਹਨਾਂ ਨੂੰ ਕਮੈਂਟ ਕਰਨ ਲੱਗਦਾ। ਦਲਜੀਤ ਰਿਆੜ ਹੋਣੀ ਨੇ, ਹਰਜਿੰਦਰ ਕੇਸੀ ਹੋਣੀ ਨੇ, ਜਦੋਂ ਵੀ ਬਾਈ ਕੰਗ ਹੋਣੀ ਨੇ, ਕੰਗ ਸਾਹਿਬ ਨੂੰ ਮੈਂ ਅਕਸਰ ਕਈ ਵਾਰੀ ਇਹਨਾਂ ਦਾ ਜਵਾਬ ਕਵਿਤਾ ਵਿੱਚ ਦਿੰਦਾ। ਤੋਂ ਭਲੇ ਬੰਦੇ ਵੀ ਬਹੁਤ ਨੇ ਤੇ ਤਰ੍ਹਾਂ ਤਰ੍ਹਾਂ ਦੇ ਭੈੜ ਵਾਲਿਆਂ ਦਾ ਵੀ ਅੰਤ ਨਹੀਂ। ਹਰ ਇਨਸਾਨ ਨੂੰ ਪ੍ਰਾਪਤੀਆਂ ਇਹਨਾਂ ਨੇ ਗਣਾਈਆਂ ਨੇ। ਮੈਂ ਸਮਝਦਾ ਕਿ ਕੋਈ ਬਹੁਤੀਆਂ ਨਹੀਂ ਹੈਗੀਆਂ, ਇਹ ਤੋਂ ਵੱਧ ਵੀ ਕੀਤੀਆਂ ਜਾ ਸਕਦੀਆਂ ਸੀ ਜੇ ਹੋਰ ਮਿਹਨਤ ਕਰਦੇ ਤਾਂ। ਪਹਿਲੀ ਗੱਲ ਤਾਂ ਇਸ ਫੰਕਸ਼ਨ ਦੇ ਵਿੱਚ ਮੈਨੂੰ ਬੁਲਾਉਣਾ, ਮੇਰੀ ਧਰਮ ਪਤਨੀ ਪ੍ਰੋਫੈਸਰ ਹਰਿੰਦਰ ਸੋਰੀ, ਇਹਨਾਂ ਨੂੰ ਬੁਲਾਉਣਾ, ਅਸੀਂ ਦੋਨੇ ਜਾਣੇ ਮਾਣ ਮਹਿਸੂਸ ਕਰਦੇ ਹਾਂ ਕਿ ਅਮਰੀਕਾ ਦੀ ਬਹੁਤ ਹੀ ਵਧੀਆ ਧਰਤੀ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਦੇ ਵਿੱਚ ਤੁਸੀਂ ਜੋ ਲੋਕ ਰਹਿ ਰਹੇ ਹੋ, ਤੁਸੀਂ ਬਹੁਤ ਮਹਾਨ ਹੋ। ਉਸੇ ਢੰਗ ਨਾਲ ਮਤਲਬ ਉਹ ਹੋ ਗਈ ਹੈ, ਬਹੁਤ ਪੱਖੀ ਸ਼ਖਸੀਅਤ ਬਣ ਲੱਗਾ। ਜਾਂ ਤਕਰੀਬਨ 1200 ਆਰਟੀਕਲ ਇਹਨਾਂ ਅਖਬਾਰਾਂ ਦੇ ਵਿੱਚ ਆਏ ਆ ਜਿਹੜੇ ਇਹਨਾਂ ਨੇ ਲਿਖੇ ਆ, ਤੇ 25 ਰਿਸਰਚ ਜਿਹੜੇ ਹੈਗੇ ਆ ਪੇਪਰ ਇਹਨਾਂ ਨੇ ਉਹ ਲਿਖੇ ਆ ਉਹਦੇ ਬਾਰੇ। ਸੋ 1200 ਆਰਟੀਕਲ ਲਿਖਣਾ
ਇੱਕ ਬਹੁਤ ਵੱਡੀ ਗੱਲ ਹੈ ਅਖਬਾਰਾਂ ਦੇ ਵਿੱਚ ਜਿਹੜੇ ਲੋਕ ਆਉਂਦੇ ਆ ਤੇ ਪੜ੍ਹਦੇ ਆ। ਤੇ ਜਿਹੜੀ ਕਿਤਾਬ ਰਣਜੀਤ ਗਿੱਲ ਨੇ ਲਿਖੀ ਹੈ ਉਡਾਰੀਆਂ, ਉਹ ਕਾਵਿ ਸੰਗ੍ਰਹਿ ਆ, ਮੇਰੇ ਵਾਲਾ ਨਾਵਲ ਹੈ। ਸੋ ਇਹਨਾਂ ਦੋਨਾਂ ਕਿਤਾਬਾਂ ਨੂੰ ਚੰਗੀ ਤਰ੍ਹਾਂ ਸਾਡੇ ਡਾਕਟਰ ਪ੍ਰਿਥੀਪਾਲ ਸਿੰਘ ਸੋਹੀ ਤੇ ਭੈਣ ਜੀ ਹਰਿੰਦਰ ਕੌਰ ਸੋਹੀ ਨੇ ਬੜੀ ਹੀ ਚੰਗੀ ਤਰ੍ਹਾਂ ਇਹਨਾਂ ਨੇ ਪੜ੍ਹਿਆ। ਟ੍ਰਿਬਿਊਨ ਦੇ ਹੁਣ ਇਸ ਵੇਲੇ ਉਹ ਚੀਫ ਐਡੀਟਰ ਨੇ, ਉਹਨਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ। ਨਾਲ ਨਹੀਂ ਕੰਮ ਕੀਤਾ ਜਾਣੀ ਜਿਵੇਂ ਵਾਰੀ-ਵਾਰੀ ਕਿਸੇ ਦਿਨ ਉਹ ਘੱਟ ਜਾਂ ਤਕਰੀਬਨ 1200 ਆਰਟੀਕਲ ਇਹਨਾਂ ਅਖਬਾਰਾਂ ਦੇ ਵਿੱਚ ਆਏ ਆ ਜਿਹੜੇ ਇਹਨਾਂ ਨੇ ਲਿਖੇ ਆ, ਤੇ 25 ਰਿਸਰਚ ਜਿਹੜੇ ਹੈਗੇ ਆ ਪੇਪਰ ਹੈ ਇਹਨਾਂ ਨੇ ਉਹ ਲਿਖੇ ਆ ਉਹਦੇ ਬਾਰੇ। ਸੋ 1200 ਆਰਟੀਕਲ ਲਿਖਣਾ ਇੱਕ ਬਹੁਤ ਵੱਡੀ ਗੱਲ ਹੈ ਅਖਬਾਰਾਂ ਦੇ ਵਿੱਚ ਜਿਹੜੇ ਲੋਕ ਆਉਂਦੇ ਆ। ਜੋੜ ਲਾ ਕੇ ਕਵਿਤਾ ਉਤਰੇ ਜਦੋਂ ਇਲਹਾਮ ਹੁੰਦਾ ਹੈ, ਕਵਿਤਾ ਉਤਰੇ ਜਦੋਂ ਇਲਹਾਮ ਹੁੰਦਾ ਹੈ, ਅਹਿਸਾਸ ਬਿਲਕਦਾ ਤਾਂ ਉੱਥੇ ਤਰੰਗ, ਅਹਿਸਾਸ ਬਿਲਕਦਾ ਤਾਂ ਉੱਥੇ ਤਰੰਗ ਕੋਈ, ਕਾਗਜ਼ ਕੋਰੇ ਦੀ ਮਿੱਤਰੋ ਹੈ ਉੱਤੇ ਉਕਰੀ ਕਵਿਤਾ ਨੂੰ ਫੇਰ ਸਲਾਮ ਹੁੰਦਾ ਹੈ, ਉਕਰੀ ਕਵਿਤਾ ਨੂੰ ਫੇਰ ਸਲਾਮ ਹੁੰਦਾ ਹੈ। ਬੜੇ ਵਿਸਥਾਰ ਦੇ ਵਿੱਚ ਉਹਦੇ ਬਾਰੇ ਗੱਲਬਾਤ ਕੀਤੀ ਹੈ। ਸੋ ਸਾਰਿਆਂ ਨੂੰ ਬੇਨਤੀ ਹੈ ਵੀ ਇਹ ਨਾਵਲ ਤੁਸੀਂ ਜ਼ਰੂਰ ਲੈ ਕੇ ਜਾਇਓ। ਇਹ ਨਾਵਲ ਮਾਲਵੇ ਦੇ ਖਾਸ ਤੌਰ ਤੇ ਸਾਡੇ ਪਿੰਡਾਂ ਦੇ ਆਲੇ ਦੁਆਲੇ ਦੀ ਕਹਾਣੀ ਹੈ। ਜਿਵੇਂ ਬੀਲਾ ਪਿੰਡ ਮੇਰੇ ਨਾਲ ਆ, ਉੱਥੋਂ ਦਾ ਪਾਨ ਸਿੰਘ ਇਹਦੇ ਵਿੱਚ ਬੜਾ ਅਹਿਮ ਪਾਤਰ ਆ। ਸੋ ਇਸੇ ਤਰੀਕੇ ਦੇ ਨਾਲ ਵਰਿਆਮ ਸਿੰਘ ਦਾ ਪਰਿਵਾਰ ਜੋ ਤਲਵੰਡੀ ਤੋਂ ਆ, ਉਹ ਕਿਸ ਤਰੀਕੇ ਦੇ ਨਾਲ 1925 ਦੇ ਵਿੱਚ ਅਮਰੀਕਾ ਜਾਂਦਾ ਜਾਂਦਾ ਮਲਾਇਆ ਚਲਿਆ ਗਿਆ। ਉੱਥੇ ਜਾ ਕੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਮਿਹਨਤ ਕੀਤੀ, ਡੇਅਰੀ ਫਾਰਮ ਤੋਂ ਸ਼ੁਰੂ ਕਰਕੇ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਦੇ ਵਿੱਚ ਭਰਤੀ ਹੋਏ, ਉੱਥੇ ਪੈਸਾ ਧੇਲਾ ਕਮਾਇਆ, ਉੱਥੇ ਉਹਨਾਂ ਦਾ ਵਿਆਹ ਹੋ ਜਾਂਦਾ। ਸੋ ਪਿੰਡ ਆ ਕੇ ਹਵੇਲੀ ਜਿਹੜੀ ਉਹਨਾਂ ਨੇ ਪਾਈ ਤੇ ਤਾੜੀਆਂ ਮਾਰਦੇ ਲੋਕ। ਅੱਜ ਨਾਰਥ ਪੁਆਇੰਟ ਇਵੈਂਟ ਸੈਂਟਰ ਕਰੀ ਹਾਊਸ ਦੇ ਵਿੱਚ ਫ੍ਰਿਜਨੋ ਸਾਡੀ ਗਜ਼ਰੀ ਬਾਬਿਆਂ ਨੂੰ ਸਮਰਪਿਤ ਜਥੇਬੰਦੀ ਇੰਡੋ USA ਹੈਰੀਟੇਜ ਵੱਲੋਂ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਹਦੇ ਵਿੱਚ ਮੇਰਾ ਪਹਿਲਾ ਪ੍ਰਿਠਾ ਕਾਮ ਸੰਗ੍ਰਹਿ ਰਿਲੀਜ਼ ਕੀਤਾ ਗਿਆ। ਤੇ ਸਾਧੂ ਸਿੰਘ ਸੰਘਾ ਸਾਡੇ ਫਾਊਂਡਰ ਮੈਂਬਰ ਨੇ ਸਾਡੇ ਜਥੇਬੰਦੀ ਦੇ, ਉਹਨਾਂ ਨੇ ਇੱਕ ਨਾਵਲ ਲਿਖਿਆ ਬਹੁਤ ਸੋਹਣਾ ਤਿੜਕਦੀ ਹਵੇਲੀ, ਉਹ ਵੀ ਅੱਜ ਇੱਥੇ ਰਿਲੀਜ਼ ਕੀਤਾ ਗਿਆ, ਉਹਦੀ ਘੁੰਡਚਕਾਈ ਕੀਤੀ ਗਈ। ਤੇ ਇਹਦੇ ਲਈ ਅਸੀਂ ਭਾਰੀ ਹਾਂ ਕੈਨੇਡਾ ਤੋਂ ਸਾਡੇ ਡਾਕਟਰ ਪ੍ਰਿਥੀਪਾਲ ਸੋਹੀ ਸਾਹਿਬ ਤੇ ਪ੍ਰੋਫੈਸਰ ਹਰਿੰਦਰ ਕੌਰ ਸੋਹੀ, ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਆ ਇਹਨਾਂ ਨੂੰ ਕਿਤਾਬਾਂ ਨੂੰ ਛਪਾਉਣ ਦੇ ਵਿੱਚ। ਤੇ ਅਸੀਂ ਬਾਕੀ ਸਾਡੇ ਸਾਰੇ ਜਿੰਨੇ ਵੀ ਸਾਰੇ ਯਾਰ ਦੋਸਤ ਆਏ ਨੇ ਤੇ ਉਹਨਾਂ ਸਾਰਿਆਂ ਦੇ ਧੰਨਵਾਦੀ ਹਾਂ। ਖਾਸ ਅਸੀਂ ਧੰਨਵਾਦ ਕਰਦੇ ਹਾਂ ਨੀਟਾ ਮਾਛੀਕੇ ਦਾ, ਜਿਨ੍ਹਾਂ ਦੀ ਹਿੰਮਤ ਨਾਲ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਨੀਟਾ ਮਾਛੀਕੇ ਦੇ ਤਾਲੀਆਂ ਮੈਂ ਮੀਡੀਆ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ। ਥੈਂਕ ਯੂ। ਇੰਡੋ USA ਹੈਰੀਟੇਜ ਫ੍ਰਿਜਨੋ ਵੱਲੋਂ 2 ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਇੱਕ ਤਾਂ ਮੇਰਾ ਨਾਵਲ ਹੈ ਤਿੜਕਦੀ ਹਵੇਲੀ, ਤੇ ਦੂਸਰਾ ਰਣਜੀਤ ਸਿੰਘ ਗਿੱਲ ਦੀ ਕਾਵਿ ਸੰਗ੍ਰਹਿ ਹੈਗੀ ਆ ਉਡਾਰੀਆਂ। ਸੋ ਉਸ ਸਮਾਗਮ ਦੇ ਵਿੱਚ ਜਿੰਨੇ ਵੀ ਸੱਜਣ ਮਿੱਤਰ ਰਿਸ਼ਤੇਦਾਰ ਦੂਰੋਂ ਦੂਰੋਂ ਚੱਲ ਕੇ ਆਏ ਆ, ਇਹ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ। ਤੇ ਇੰਡੋ USA ਹੈਰੀਟੇਜ ਐਸੋਸੀਏਸ਼ਨ ਨੇ ਜੋ ਇਹ ਉਪਰਾਲਾ ਕੀਤਾ, ਇਹ ਉਹ ਵੀ ਬੜਾ ਸ਼ਲਾਘਾਯੋਗ ਹੈ। ਮੈਂ ਗੁਰਿੰਦਰ ਗਿੱਲ, ਰਣਜੀਤ ਸਿੰਘ, ਜੱਗਾ ਗਿੱਲ ਤੇ ਆਪਣੇ ਸਾਧੂ ਸਿੰਘ ਸੰਘਾ ਨੂੰ ਬਹੁਤ ਬਹੁਤ ਵਧਾਈ ਦਿੰਦਾ, ਜਿਨ੍ਹਾਂ ਨੇ ਆਪਣੇ ਨਾਵਲ ਤੇ ਕਵਿਤਾਵਾਂ ਦੇ ਰੂਪ ਵਿੱਚ ਕਿਤਾਬਾਂ ਲਿਖੀਆਂ। ਇਹ ਦੋਨੋਂ ਬੰਦੇ ਬਹੁਤ ਹੀ ਆਪਣੇ ਪੰਜਾਬ ਦੀਆਂ ਜੜ੍ਹਾਂ ਨਾਲ ਜੁੜੇ ਹੋਏ ਦੋਨੋਂ ਜਾਣੇ ਨੇ। ਸਾਨੂੰ ਇਹਨਾਂ ਤੋਂ ਬਹੁਤ ਆਸ ਹੈ ਕਿ ਸਭ ਫਿਊਚਰ ਵਿੱਚ ਵੀ ਸਾਡੀ ਕਮਿਊਨਿਟੀ ਨੂੰ ਬਹੁਤ ਚੰਗਾ ਸਾਹਿਤ ਦੇ ਕੇ ਜਾਣਗੇ। ਇਹੀ ਮੇਰੀ ਪ੍ਰਾਰਥਨਾ, ਚੰਗਾ ਤੋਂ ਚੰਗਾ ਕੰਮ ਕਰਦੇ ਰਹਿਣ। ਅੱਜ ਇੰਡੋ USA ਹੈਰੀਟੇਜ ਫ੍ਰਿਜਨੋ ਵੱਲੋਂ ਇਹ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਕਰਾਇਆ ਗਿਆ। ਇਸ ਸਾਹਿਤਕ ਪ੍ਰੋਗਰਾਮ ਦੇ ਵਿੱਚ 2 ਕਿਤਾਬਾਂ ਮੁੱਖ ਤੌਰ ਤੇ ਰਿਲੀਜ਼ ਕੀਤੀਆਂ ਗਈਆਂ। ਇੱਕ ਰਣਜੀਤ ਸਿੰਘ ਗਿੱਲ ਦੀ ਉਡਾਰੀਆਂ ਨਾਂ ਦੀ ਕਵਿਤਾ ਦੀ ਕਿਤਾਬ, ਦੂਜੀ ਸਾਧੂ ਸਿੰਘ ਸੰਘਾ ਦੀ ਕਿਤਾਬ ਸੀ ਤਿੜਕਦੀ ਹਵੇਲੀ, ਇੱਕ ਨਾਵਲ ਹੈ ਜਿਹੜਾ ਰਿਲੀਜ਼ ਹੋਇਆ। ਦੋਨੇ ਹੀ ਕਿਤਾਬਾਂ ਦੇ ਰਾਈਟਰ ਨੇ ਜੋ ਇਹਨਾਂ ਦੀਆਂ ਸ਼ੁਰੂਆਤੀ ਕਿਤਾਬਾਂ ਨੇ, ਪਹਿਲੀਆਂ ਕਿਤਾਬਾਂ ਨੇ ਇਹ, ਉਹਨਾਂ ਨੇ ਨਾਵਲ ਦੇ ਖੇਤਰ ਦੇ ਵਿੱਚ ਸੰਘਾ ਸਾਹਿਬ ਨੇ ਤੇ ਗਿੱਲ ਸਾਹਿਬ ਨੇ ਪਹਿਲਾਂ ਕਵਿਤਾ ਦੇ ਖੇਤਰ ਦੇ ਵਿੱਚ ਅੱਜ ਪਲਾਂਘਾਂ ਪੱਟੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਲੰਬੇ ਸਮੇਂ ਤੱਕ ਆਸ ਕੀਤੀ ਜਾਂਦੀ ਹੈ ਕਿ ਇਹ ਬਹੁਤ ਸੋਹਣੀ ਕਵਿਤਾ ਲਿਖਣਗੇ ਤੇ ਉਹ ਬਹੁਤ ਸੋਹਣੇ ਨਾਵਲ ਲਿਖਣਗੇ।
ਰਣਜੀਤ ਗਿੱਲ ਬਹੁਤ ਛੋਟੇ ਪੰਜਾਬੀ ਸੱਭਿਆਚਾਰ ਦੇ ਟੋਟਕਿਆਂ ਦੇ ਵਿੱਚੋਂ ਬਹੁਤ ਚੰਗੀਆਂ ਉਡਾਰੀਆਂ ਮਾਰ ਰਿਹਾ ਹੈ ਪੰਜਾਬੀ ਦੇ ਖੇਤਰ ਦੇ ਵਿੱਚ, ਕਵਿਤਾ ਦੇ ਖੇਤਰ ਦੇ ਵਿੱਚ ਤੇ ਸੰਘਾ ਸਾਹਿਬ ਨਾਵਲ ਦੇ ਖੇਤਰ ਦੇ ਵਿੱਚ ਉਹਨਾਂ ਦੀ ਲੇਖਣੀ ਇੰਨੀ ਸਪਸ਼ਟ ਤੇ ਸਰਲ ਹੈ ਕਿ ਆਉਣ ਵਾਲੇ ਸਮੇਂ 'ਚ ਬਹੁਤ ਸਾਰੀਆਂ ਆਸਾਂ ਅਸੀਂ ਪ੍ਰਗਟ ਕਰਦੇ ਹਾਂ। ਤੇ ਫ੍ਰਿਜ਼ਨੋ ਦੇ ਵਿੱਚ ਸਾਹਿਤਕ ਖੇਤਰ ਦੇ ਵਿੱਚ ਪਹਿਲਾਂ ਵੀ ਬਹੁਤ ਨਾਮ ਨੇ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਨੇ, ਪਰ ਇਹ ਦੋ ਵਿਅਕਤੀਆਂ ਦੀ ਨਵੀਂ ਐਂਟਰੀ ਇਸ ਫ੍ਰਿਜ਼ਨੋ ਅਤੇ ਕੈਲੀਫੋਰਨੀਆ ਸੈਂਟਰਲ ਵੈਲੀ ਨੂੰ ਇੱਕ ਨਵੀਂ ਦਿੱਖ ਦੇਣਗੇ, ਅਸੀਂ ਆਸ ਕਰਦੇ ਹਾਂ। ਤੇ ਆਉਣ ਵਾਲੇ ਸਮੇਂ 'ਚ ਮੈਂ ਆਸ ਕਰਦਾ ਤੇ ਦੁਆ ਵੀ ਕਰਦਾ ਕਿ ਇਹਨਾਂ ਦੀਆਂ ਲਿਖਤਾਂ ਸਾਰੇ ਪੰਜਾਬੀਆਂ ਨੂੰ ਤੇ ਪੰਜਾਬੀ ਸਾਹਿਤ ਨੂੰ ਬਹੁਤ ਚੰਗਾ ਨਾਮ ਦੇਣਗੀਆਂ ਅਤੇ ਚੰਗਾ ਹੁੰਗਾਰਾ ਲੋਕ ਵੀ ਇਹਨਾਂ ਨੂੰ ਦੇਣਗੇ। ਹਾਂਜੀ, ਇਹ ਫ੍ਰਿਜ਼ਨੋ ਵੱਲੋਂ ਗਦਰੀ ਬਾਬਿਆਂ ਨੂੰ ਸਮਰਪਿਤ ਜਥੇਬੰਦੀ ਵੱਲੋਂ ਇਹ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਬੜਾ ਹੀ ਖੂਬਸੂਰਤ ਹੋ ਨਿਬੜਿਆ। ਇਹਦੇ ਵਿੱਚ ਰਣਜੀਤ ਸਿੰਘ ਗਿੱਲ ਦੀ ਪੁਸਤਕ ਉਡਾਰੀਆਂ ਤੇ ਸਰਦਾਰ ਸਾਧੂ ਸਿੰਘ ਸੰਘਾ ਦੀ ਪੁਸਤਕ ਤਿੜਕਦੀ ਹਵੇਲੀ ਨੂੰ ਲੋਕ ਅਰਪਣ ਕੀਤਾ ਗਿਆ। ਬਹੁਤ ਹੀ ਖੂਬਸੂਰਤ ਕਿਤਾਬਾਂ। ਰਣਜੀਤ ਸਿੰਘ ਗਿੱਲ ਦੀ ਵੀ ਇਹ ਪਹਿਲੀ ਪੁਸਤਕ ਆ, ਬਹੁਤ ਹੀ ਸੋਹਣੀ ਕਾਵ ਸਿਰਜਣਾ ਕੀਤੀ ਹੋਈ ਆ ਵੱਖ-ਵੱਖ ਭਾਂਤ ਦੇ ਵਿਸ਼ਿਆਂ ਬਾਰੇ। ਮੈਨੂੰ ਇਹ ਵੀ ਲੱਗਿਆ ਸਾਰੀ ਕਿਤਾਬ ਪੜ੍ਹ ਕੇ ਕਿ ਇਹ ਲੋਕਾਂ ਦਾ ਕਵੀ ਹੋ ਨਿਬੜਿਆ। ਉਧਰੋਂ ਸਾਧੂ ਸਿੰਘ ਸੰਘਾ ਜਿਨ੍ਹਾਂ ਨੇ ਸਮਾਜਿਕ ਨਾਵਲ ਲਿਖਿਆ ਉਹ ਵੀ ਬੜਾ ਖੂਬਸੂਰਤ ਆ। ਕਈ ਵਿਸ਼ੇ ਹੋਰ ਵੀ ਵਿੱਚ ਸਹਾਇਕ ਵਿਸ਼ੇ ਲਏ ਹੋਏ ਆ ਤੇ ਉਹ ਸਾਡੇ ਛੋਟੀਆਂ ਗੱਲਾਂ ਤੇ ਜਿਹੜੇ ਭਿਆਨਕ ਰੂਪ ਧਾਰਨ ਕਰ ਜਾਂਦੀਆਂ, ਜਿਵੇਂ ਬਾਤ ਦਾ ਬਤੰਗੜ ਬਣ ਜਾਂਦਾ, ਰਿਸ਼ਤੇ ਨਾਤੇ ਟੁੱਟ ਜਾਂਦੇ ਆ, ਪਰਿਵਾਰ ਨਿਖੜ ਜਾਂਦੇ ਆ, ਉਹਨਾਂ ਤੇ ਆਧਾਰ ਤੇ ਨਾਵਲ ਆ। ਤੇ ਉਹਨਾਂ ਨੇ ਵੀ ਇੱਕ ਸਮਾਜ ਸੁਧਾਰਕ ਨਾਵਲ ਲਿਖਿਆ ਵੀ ਲੋਕਾਂ ਨੂੰ ਸੁਚੇਤ ਕਰਨਾ ਵੀ ਨਿੱਕੀਆਂ ਗੱਲਾਂ ਤੇ ਵੱਡੀਆਂ ਗੱਲਾਂ ਬਣਨ ਤੋਂ ਬਚਾਉਣਾ ਚਾਹੀਦਾ। ਸੋ ਮੈਂ ਇਹਨਾਂ ਦੋਵਾਂ ਲੇਖਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਆ। ਇਹਨਾਂ ਦੋਵਾਂ ਲੇਖਕਾਂ ਦੀਆਂ ਪਹਿਲੀਆਂ ਪੁਸਤਕਾਂ, ਮੈਨੂੰ ਆਸ ਆ ਕਿ ਅੱਗੇ ਤੋਂ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਇਹ ਬਹੁਤ ਸੋਹਣੀਆਂ ਪੁਸਤਕਾਂ ਲਿਖ ਕੇ ਪੰਜਾਬੀ ਸਾਹਿਤ ਨੂੰ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਥੈਂਕ ਯੂ। ਫ੍ਰਿਜ਼ਨੋ ਸ਼ਹਿਰ ਜਿੱਥੇ ਬਹੁਤ ਸਾਰੇ ਪੰਜਾਬੀ ਰਹਿੰਦੇ ਆ ਤੇ ਆਏ ਦਿਨ ਸੱਭਿਆਚਾਰ ਅਤੇ ਸਾਹਿਤਕ ਸਮਾਗਮ ਹੁੰਦੇ ਰਹਿੰਦੇ ਆ। ਸੋ ਜੇ ਅਸੀਂ ਕਹੀਏ ਕਿ ਫ੍ਰਿਜ਼ਨੋ ਸਾਡੇ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਦੀ ਰਾਜਧਾਨੀ ਆ ਤਾਂ ਇਸ ਦੇ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ। ਬੀਤੇ ਦਿਨੀ ਪੰਜਾਬੀ ਕਵੀ ਰਣਜੀਤ ਗਿੱਲ ਜਿਨ੍ਹਾਂ ਦਾ ਕਾਵਿ ਸੰਗ੍ਰਹਿ ਉਡਾਰੀਆਂ ਅਤੇ ਸਾਧੂ ਸਿੰਘ ਸੰਘਾ ਦਾ ਲਿਖਿਆ ਨਾਵਲ ਤਿੜਕਦੀ ਹਵੇਲੀ ਰਿਲੀਜ਼ ਕੀਤਾ ਗਿਆ। ਇਸ ਸਮੇਂ ਬਹੁਤ ਸਾਰੇ ਬੁੱਧੀਜੀਵੀ ਅਤੇ ਸਾਹਿਤਕਾਰ ਪਹੁੰਚੇ ਤੇ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਅਸੀਂ ਧੰਨਵਾਦੀ ਹਾਂ ਸਮੂਹ ਸੱਜਣਾ ਦੇ ਇੰਡੋ USA ਹੈਰੀਟੇਜ ਫ੍ਰਿਜ਼ਨੋ ਦੇ, ਜਿਨ੍ਹਾਂ ਦੇ ਸੱਦੇ ਦੇ ਉੱਤੇ ਤੁਸੀਂ ਸਾਰੇ ਜਣੇ ਚੱਲ ਕੇ ਪਹੁੰਚੇ ਹੋ ਤੇ ਅੱਜ ਦੇ ਇਸ ਸਮਾਗਮ ਦੇ ਵਿੱਚ ਹਿੱਸਾ ਲਿਆ। ਤੇ ਇਹਦੇ ਨਾਲ ਅਸੀਂ ਧੰਨਵਾਦੀ ਹਾਂ ਡਾਕਟਰ ਪ੍ਰਿਥੀਪਾਲ ਸੋਹੀ ਤੇ ਪ੍ਰੋਫੈਸਰ ਹਰਿੰਦਰ ਕੌਰ ਸੋਹੀ ਹੋਰਾਂ ਦੇ, ਜਿਹੜੇ ਖਾਸ ਤੌਰ ਤੇ ਕੈਨੇਡਾ ਤੋਂ ਚੱਲ ਕੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ। ਇਹਦੇ ਨਾਲ ਅਸੀਂ ਵਧਾਈ ਦੇਣੀ ਚਾਹਾਂਗੇ ਬਾਈ ਰਣਜੀਤ ਗਿੱਲ ਜਿਨ੍ਹਾਂ ਦਾ ਅੱਜ ਕਾਵਿ ਸੰਗ੍ਰਹਿ ਉਡਾਰੀਆਂ ਰਿਲੀਜ਼ ਕੀਤਾ ਗਿਆ। ਸੋ ਇਸੇ ਤਰੀਕੇ ਦੇ ਨਾਲ ਸਾਧੂ ਸਿੰਘ ਸੰਘਾ ਹੋਰਾਂ ਦਾ ਨਾਵਲ ਤਿੜਕਦੀ ਹਵੇਲੀ ਅੱਜ ਫ੍ਰਿਜ਼ਨੋ ਜੋ ਲੋਕ ਅਰਪਣ ਕੀਤਾ ਗਿਆ। ਤੇ ਇਸ ਸਮਾਗਮ ਵਿੱਚ ਜਿੰਨੇ ਵੀ ਤੁਸੀਂ ਚੱਲ ਕੇ ਪਹੁੰਚੇ ਹੋ, ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ। ਮੈਂ ਵਰਿੰਦਰਜੀਤ ਸਿੰਘ ਨੀਟਾ ਮਾਛੀ ਕੇ ਮੇਰੇ ਸਾਥੀ ਕੁਲਵੰਤ ਤੋਂ ਵੀ ਤਾਲੀਆਂ ਦੇ ਨਾਲ